ਭਾਈ ਰਣਜੀਤ ਸਿੰਘ ਢਡਾਰੀਆ ਵਾਲੇ ਨੇ ਸ਼ੇਖਪੁਰਾ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ 'ਚ ਕੀਤੀ ਪ੍ਰੈਸ ਕਾਨਫਰੰਸ, ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਐਸਆਈਟੀ ਵੱਲੋਂ ਕੁਝ ਨਵੇਂ ਸਵਾਲ ਨਹੀਂ ਕੀਤੇ ਗਏ, ਬਲਕਿ ਉਹੀ ਸਵਾਲ ਕੀਤੇ ਗਏ ਨੇ ਜੋ ਪਹਿਲਾਂ ਐਸਆਈਟੀ ਵੱਲੋਂ ਕੀਤੇ ਗਏ ਸੀ, ਜਿਸ ਦੇ ਵਿੱਚ ਉਹਨਾਂ ਨੇ ਨਸ਼ੇ ਦੇ ਮੁੱਦਿਆਂ ਤੇ ਗੱਲ ਕੀਤੀ। ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋर्ट, ਲਾਈਵ भारत। हाँ जी, वाहिगुरू जी का खालसा वाहिगुरू जी की फतेह। ਆਪਾਂ ਸਦਾ ਹੀ ਇਹ ਸੋਚਦੇ ਹਾਂ ਕਿ ਫਰੀडम ਆਫ ਬਲੀਵ ਹੈ ਤੇ ਫਰੀडम ਆਫ ਸਪੀਚ ਹੈ। ਹਰ ਬੰਦਾ ਚਾਹੇ ਉਹ ਕਿਸੇ ਪੱਥਰ ਨੂੰ ਮੰਨਦਾ ਆ, ਚਾਹੇ ਉਹ ਕਿਸੇ ਬੰਦੇ ਨੂੰ ਰੱਬ ਮੰਨਦਾ ਆ, ਤੇ ਚਾਹੇ ਉਹ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਆ, ਹਰ ਬੰਦੇ ਨੂੰ ਫਰੀडम ਆਫ ਬਲੀਵ ਇੱਥੇ ਹੈ ਔਰ ਰੱਖਣਾ ਚਾਹੀਦਾ। दूसरा पक्ष है फ्रीडम ऑफ स्पीच। असी किसी बारे कह सकते हैं कि मैं उन्होंने नहीं मानता, पर उहदी बेअदबी करनी, चाहे वो कोई मूर्ति होवे, चाहे वो कोई ग्रंथ होवे, इहदा हक किसी नूं नहीं है। सो कई साल पहला आपां सारे ही जानते हैं कि 12-13 तरीक का धरना लगा सी कोटकपूरा चौंक दे विच, ते 14 तरीक नूं सवेरे बरगाड़ी जिहड़ा कोटकपूरा चौंक दे विच सवेरे आराम नाल पाठ करदियां संगतां दे उत्ते लाठी चार्ज किया गया सी प्रशासन वल्लों। उहदे संबंध विच सिट ने मैनूं अज बुलाया सी। अगला सवाल सिट वल्लों ਉਹੀ ਕੁਐਸਚਨ ਜਿਹੜੇ ਨੇ ਨਾ ਜੀ, ਇਹ ਹੁਣ ਤੋਂ ਲੈ ਕੇ ਪਹਿਲਾਂ ਵੀ 4 ਵਾਰ ਹੋ ਚੁੱਕਿਆ। 4 ਵਾਰ ਸਿੱਟ ਬਣੀ ਹੈ ਤੇ 4 ਵਾਰ ਉਹਨਾਂ ਨੇ ਜਿਹੜੇ ਆਪਣੇ ਤੇ ਸਵਾਲ ਕੀਤੇ ਨੇ, ਜੋ ਉੱਥੇ ਹੋਇਆ, ਜੋ ਉੱਥੇ ਵਾਪਰਿਆ, ਹੂਬਹੂ ਉਸੇ ਤਰ੍ਹਾਂ ਆਪਾਂ ਬਿਆਨ ਕਰਦੇ ਰਹੇ ਹਾਂ, ਕਿਉਂਕਿ ਸੱਚ ਇੱਕ ਹੀ ਹੁੰਦਾ, ਉਹ ਕੋਈ 2-4 ਤੇ ਹੋ ਨਹੀਂ ਸਕਦੇ। ਜਿਹੜੇ ਪਹਿਲਾਂ ਸਿੱਟ ਬਣਦੀ ਰਹੀ ਹੈ ਉਹਦੇ ਕੋਲ ਜੋ ਬਿਆਨ ਦਿੰਦੇ ਰਹੇ ਆ, 3 ਵਾਰ ਪਹਿਲਾਂ ਬਿਆਨ ਦਰਜ ਹੋਏ ਹੈ, ਅੱਜ ਚੌਥੀ ਵਾਰੀ ਉਹੀ ਬਿਆਨ ਮੈਂ ਦਰਜ ਕਰਵਾ ਕੇ ਆਇਆ। ਤੇ ਸਵਾਲ ਜਿਹੜਾ ਉਹੀ ਪਹਿਲਾਂ ਵਾਲੀ ਸੀ ਕਿ ਉਹ ਕੀ ਹੋਇਆ ਸੀ ਜੀ ਉਹਦੇ ਵਿੱਚ, ਤੇ ਉਹ ਸਪਸ਼ਟ ਸੀ ਕਿ ਆਰਾਮ ਨਾਲ ਪਾਠ ਕਰਦੀਆਂ ਸੰਗਤਾਂ ਦੇ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਹੋਇਆ ਸੀ, ਪਾਣੀ ਦੀਆਂ ਵਿਛਾੜਾਂ ਹੋਈਆਂ ਸੀ। ਉਹ ਸਵਾਲ ਪਹਿਲਾਂ ਸੀ, ਉਵੇਂ ਜਿਵੇਂ ਦੱਸ ਦਿੱਤਾ ਗਿਆ ਸੀ। ਹਾਂਜੀ, ਉਮੀਦ ਤਾਂ ਦੇਖੋ ਰੱਖਣੀ ਚਾਹੀਦੀ ਹੈ ਹਮੇਸ਼ਾ। ਹੁਣ ਜੇ ਅਸੀਂ ਭਗੌੜੇ ਹੋ ਜਾਾਂਗੇ ਵੀ ਅਸੀਂ ਇਹਨਾਂ ਸਾਹਮਣੇ ਨਹੀਂ ਜਾਣਾ ਤਾਂ ਇਹਨਾਂ ਕੋਲ ਬਹਾਨਾ ਹੋ ਜਾਏਗਾ। ਸਿੱਟ ਜਿਹੜਾ ਵੀ ਸਰਕਾਰ ਕੋਲ ਬਹਾਨਾ ਹੋ ਜਾਏਗਾ ਵੀ ਹੁਣ ਇਹ ਨਹੀਂ, ਗਵਾਹ ਹੀ ਨਹੀਂ ਆਏ। ਜਿਹੜੇ ਉਸ ਵੇਲੇ ਮੌਕੇ ਦੇ ਗਵਾਹ ਸੀ ਉਹਨਾਂ ਨੂੰ ਜਾਣਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ, ਔਰ ਉਮੀਦ ਅਸੀਂ ਕਦੇ ਵੀ ਨਹੀਂ ਛੱਡ ਸਕਦੇ। ਉਮੀਦ ਤਾਂ ਕਰਦੇ ਹੀ ਹਾਂ ਕਿ ਉਹਦਾ ਇਨਸਾਫ ਮਿਲੇਗਾ। ਹਾਂਜੀ, नहीं गल धर्म की है तो सारिਆਂ ਨੂੰ सोचना ही चाहिए है कि गुरु ग्रंथ साहब सारिਆਂ ਦੇ ਸਾਂਝੇ ਹਨ, ਤੇ एक चैलेंज करके इश्तिहार ला के ते जदों तुसी बेअदबी करोगे गुरु ग्रंथ साहब की तो बड़ा वड्डा मुद्दा सी, और ये किसी का भी नहीं होना चाहिए। तो यह मुद्दा तो हैगा ही है। उस वेले दे प्रशासन नूं चाहिदा सी कि नाले उस वेले तो ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਿੱਖਾਂ ਦੀ ਸਰਕਾਰ ਸੀ, ਉਸ ਵੇਲੇ ਤਾਂ ਚਾਹੀਦਾ ਸੀ ਇਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਹੈ, ਜੋ ਬੇਅਦਬੀ ਉੱਥੇ ਹੋਈ ਸੀ, ਉਹਦਾ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਸੀ। ਉਹਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਮਾਸਟਰ ਮਾਈਂਡ ਲੱਭਣ ਦੀ ਬਜਾਏ ਰੋਸ ਧਰਨੇ ਵਿੱਚ ਬੈਠੀਆਂ ਸੰਗਤਾਂ ਉੱਤੇ ਲਾਠੀ ਚਾਰਜ ਕਰ ਦਿੱਤਾ ਗਿਆ, ਜੋ ਕਿ ਬੜਾ ਗਲਤ ਸੀ। ਉਹ ਤਾਂ ਹੁਣ ਇਹਨਾਂ ਨੇ ਘੋਖ ਕਰਨੀ ਹੈ ਜੀ ਕਿ ਕੌਣ ਕਰਾ ਰਿਹਾ, ਇਹਦੇ ਪਿੱਛੇ ਕੌਣ ਹੋ ਸਕਦਾ। ਉਹ ਤਾਂ ਚਾਹੀਦਾ ਇਹਨਾਂ ਨੂੰ, ਏਜੰਸੀਆਂ ਹੀ ਹੋ ਸਕਦੀਆਂ ਨੇ ਜਾਂ ਕੋਈ ਕੁਛ ਵੀ ਹੋ ਸਕਦਾ। ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਹੈ, ਪਰ ਇਹ ਤਾਂ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਹਾਂਜੀ, ਮੇਰਾ ਮੰਨਣਾ ਇਹ ਹੈ ਜੀ, ਮੈਂ ਉੱਥੇ ਵੀ ਸਿੱਟ ਵਿੱਚ ਬੋਲ ਕੇ ਆਇਆ ਬਈ ਪੱਤਾ ਵੀ ਹਿੱਲਦਾ ਆ, ਉਹਦਾ ਸਰਕਾਰ ਨੂੰ ਪਤਾ ਹੁੰਦਾ ਹੈ। ਜਿਹੜਾ ਮੁੱਦਾ ਐਡਾ ਵੱਡਾ ਸੀ
ਔਰ ਸਾਡੇ ਵਰਗੇ ਬੰਦੇ ਜਾਂ ਜਿਹੜੇ ਵੀ ਪ੍ਰਚਾਰਕ ਸੀ ਜਾਂ ਕੁਝ ਮੋਤਬਰ ਬੰਦੇ ਉੱਥੇ ਬੈਠੇ ਹੈ ਔਰ ਸਾਰਾ ਪੰਜਾਬ ਬੰਦ ਹੋ ਗਿਆ ਆ। ਤੇ ਇਹ ਇਕੱਲੇ ਪ੍ਰਸ਼ਾਸਨ ਦਾ ਆਪਣਾ ਨਿੱਜੀ ਫੈਸਲਾ ਨਹੀਂ ਹੋ ਸਕਦਾ, ਸਰਕਾਰ ਤੋਂ ਉਸ ਵੇਲੇ ਦੇ ਵੱਡੇ ਲੀਡਰਾਂ ਤੋਂ ਪੁੱਛੇ ਬਿਨਾ ਲਾਠੀ ਚਾਰਜ ਨਹੀਂ ਹੋ ਸਕਦਾ। ਜੇ ਲਾਠੀ ਚਾਰਜ ਹੋਇਆ, ਜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਹੈ, ਜੇ ਉੱਥੇ ਜੋ ਵੀ ਹੋਇਆ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੇ ਪ੍ਰਮੁੱਖ ਲੀਡਰਾਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਵੱਡੇ ਆਫਿਸਰਾਂ ਨੂੰ ਵੀ ਪਤਾ ਸੀ ਤੇ ਮੇਨ ਲੀਡਰਾਂ ਨੂੰ ਵੀ ਪਤਾ ਸੀ, ਕਿਉਂਕਿ ਘਟਨਾ ਵਰਲਡ ਵਾਈਡ ਇਹ ਫੈਲ ਚੁੱਕੀ ਸੀ, ਸਾਰੇ ਸੰਸਾਰ ਪੱਧਰ ਤੇ ਉਹਦਾ ਜ਼ਿਕਰ ਹੋ ਰਿਹਾ ਸੀ। ਕੱਲਾ ਕੱਲਾ ਸਿੱਖ ਉਦੋਂ ਰੌਲਾ ਪਾ ਰਿਹਾ ਸੀ, ਤਾਂ ਸਰਕਾਰ ਨੂੰ ਕਿਵੇਂ ਨਹੀਂ ਪਤਾ ਹੋਏਗਾ ਵੀ ਕੀ ਬਰਗਾੜੀ ਵਿੱਚ ਇੰਨੇ ਬੰਦੇ ਬੈਠੇ ਹੈ, ਕੌਣ ਕੌਣ ਬੰਦੇ ਬੈਠੇ ਹੈ, ਉਹਨਾਂ ਤੇ ਲਾਠੀ ਚਾਰਜ ਹੋਣ ਲੱਗਿਆ। ਇਹ ਉਹਨਾਂ ਨੂੰ ਸਾਰਾ ਪਤਾ ਹੋਏਗਾ, ਅੱਜ ਚਾਹੇ ਉਹ ਮੁੱਕਰ ਜਾਣ। ਨਹੀਂ, ਸਵਾਲ ਤਾਂ ਇੱਕੋ ਜਿਹਾ ਹੀ ਹੈ ਸਾਰਿਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਹਾਂ, ਇਸ ਵਾਰੀ ਵੀ ਕਰਕੇ ਆਏ ਹਾਂ। ਹਾਂਜੀ, ਨਹੀਂ ਇੱਦਾਂ ਨਹੀਂ ਉਹ ਖੁੱਲ੍ਹ ਕੇ ਹੌਲੀ ਹੌਲੀ ਸਮਝਣਾ ਚਾਹ ਰਹੇ ਸੀ, ਬਰੀਕੀਆਂ ਕਈ ਗੱਲਾਂ ਦੀਆਂ ਵੀ SGPC ਦਾ ਸਿਸਟਮ ਕੀ ਹੈ, ਜਾਂ ਜਿਹੜਾ ਸਾਡੇ ਜਿਹੜੇ ਆਪਾਂ ਕੁਝ ਪ੍ਰਚਾਰਕ ਨੇ ਜਿਹੜੇ ਲੌਜੀਕਲ ਗੱਲ ਕਰਦੇ ਨੇ, ਕੁਝ ਪ੍ਰਚਾਰਕ ਨੇ ਜਿਹੜੇ ਪੁਰਾਣੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਨੇ। ਉੱਥੇ ਧਰਨੇ ਦੇ ਵਿੱਚ ਬੈਠਿਆਂ ਦੇ ਵਿੱਚ ਕੌਣ ਬੰਦੇ ਸੀ ਜਿਹੜੇ ਥੋੜ੍ਹੇ ਜਿਹੇ ਹਟ ਕੇ ਗੱਲ ਕਰਨ ਵਾਲੇ ਨੇ, ਜੋ ਕਿ ਫਿਊਚਰ ਦੇ ਵਿੱਚ ਇੱਕ ਗਰੁੱਪ ਬਣਾ ਕੇ SGPC ਤੇ ਵੱਧ ਸਕਦੇ ਸੀ। ਇਹ ਕਈ ਗੱਲਾਂ ਇਸ ਟਾਈਪ ਦੀਆਂ ਖੁੱਲ੍ਹ ਕੇ ਹੋਈਆਂ ਸੀ। ਨਹੀਂ ਇੱਦਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ, ਇੱਦਾਂ ਦੀ ਨਹੀਂ ਕੀਤੀ। ਬਸ ਇਹੀ ਕਿਹਾ ਸੀ ਕਿ ਕਿਤੇ ਨਾ ਕਿਤੇ ਉਹ ਗੁੱਸਾ ਕਿਉਂ ਸੀ, ਜੋ ਮੈਂ ਵੀ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਸਾਡੇ ਵਰਗੇ ਬੰਦੇ ਹੈ, ਕੁਛ ਬੰਦੇ ਹੈਗੇ ਹੈ ਪ੍ਰਚਾਰਕ ਜਿਹੜੇ ਹੈ ਜਿਹੜੀ ਕਿ ਥੋੜ੍ਹੇ ਜਿਹੇ ਲੌਜਿਕ ਨਾਲ ਗੱਲ ਕਰਦੇ ਹੈ, ਯੰਗ ਜਨਰੇਸ਼ਨ ਵੱਲ ਵੇਖ ਕੇ ਵੀ ਜਿਹੜੇ ਉਹਨਾਂ ਨੂੰ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਈਏ, ਤੇ ਉਹਦੇ ਤੋਂ ਸਾਡੇ ਪਰੰਪਰਾਵਾਦੀ ਲੋਕ ਜਿਹੜੇ ਆ ਸਾਰੇ ਦੁਖੀ ਹੈਗੇ ਹੀ ਹੈ। ਜਿਹੜਾ ਗਰੁੱਪ ਉੱਥੇ ਬੈਠਾ ਸੀ, ਇੱਦਾਂ ਕਹਿ ਲਓ ਇਹਨਾਂ ਦੇ ਹਿਸਾਬ ਨਾਲ ਤਾਂ ਬੋਲ ਭੜਕਣੇ, ਉਹ ਹਰ ਗੱਲ ਮੂੰਹ ਤੇ ਬੋਲਦੇ ਆ, ਖੁੱਲ੍ਹ ਕੇ ਕਹਿ ਦਿੰਦੇ ਆ, ਲੀਡਰਾਂ ਨੂੰ ਵੀ ਕਹਿ ਦਿੰਦੇ ਆ, ਤੇ ਇਹਨਾਂ ਨੂੰ ਉਹ ਵੀ ਗੁੱਸਾ ਸੀ ਸਾਡੇ ਤੇ। ਉਮੀਦ ਜਿਹੜੀ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਮੀਦ ਤੇ ਦੁਨੀਆ ਕਾਇਮ ਹੈ, ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਅੱਜ ਅਸੀਂ ਕਹਿ ਦਈਏ ਜੀ ਸਾਨੂੰ ਇਹਨਾਂ ਤੋਂ ਵੀ ਕੋਈ ਉਮੀਦ ਨਹੀਂ, ਉਹਨਾਂ ਨੇ ਕਹਿਣਾ ਜੀ ਹੁਣ ਤੇ ਗਵਾਹ ਹੀ ਨਹੀਂ ਆ ਰਹੇ ਤੇ ਅਸੀਂ ਕੀ ਕਰੀਏ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੇਗਾ। ਹਾਂਜੀ, ਨਹੀਂ ਪੈਰਾਮੀਟਰ ਤਾਂ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਵੀਰ ਜੀ ਕਿ ਚਾਹੇ ਕੋਈ ਪੱਥਰ ਤੇ ਵੀ ਸ਼ਰਧਾ ਬਣਾ ਕੇ ਬੈਠਾ ਨਾ, ਬਲੀਵ ਹੈ, 1000 ਬੰਦਾ ਆ ਟੇਬਲ ਨੂੰ ਮੱਥਾ ਟੇਕਦਾ ਤੇ ਮੈਨੂੰ ਨਹੀਂ ਚਾਹੀਦਾ ਕਿ ਮੈਂ ਇਸ ਟੇਬਲ ਨੂੰ ਲੱਤ ਮਾਰਾਂ, ਮੈਂ ਇਹਦੀ ਬੇਅਦਬੀ ਕਰਾਂ, ਕਿਉਂਕਿ ਉਹ ਸਤਿਕਾਰ ਕਰਦਾ ਹੈ। ਮੈਂ ਇਹ ਕਹਿ ਸਕਦਾ ਵੀ ਟੇਬਲ ਤੇ ਸ਼ਰਧਾ ਬਣਾਉਣੀ ਮਾੜੀ ਗੱਲ ਹੈ, ਫਰੀਡਮ ਆਫ ਸਪੀਚ ਮੇਰਾ ਹੱਕ ਹੈ, ਪਰ ਬਲੀਵ ਹੈ ਜਿਹੜਾ ਉਹ ਅਗਲੇ ਦਾ ਹੱਕ ਹੈ, ਰਾਈਟ ਹੈ। ਉਹ ਇਹਨੂੰ ਰੱਬ ਮੰਨਣਾ ਚਾਹੁੰਦਾ ਟੇਬਲ ਨੂੰ ਤਾਂ ਮੰਨ ਲਵੇ, ਸਾਨੂੰ ਇਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮੈਂ ਬੋਲ ਸਕਦਾ, ਮੈਂ ਬਾਂਹ ਨਹੀਂ ਫੜ ਸਕਦਾ ਕਿਸੇ ਦੀ। ਸੋ ਉਹ ਜੋ ਹੋਇਆ ਸੀ ਉਹ ਮਾੜਾ ਸੀ, ਕਿਤੇ ਵੀ ਨਾ ਹੋਵੇ। ਤੇ ਇਹ ਹਰ ਇੱਕ ਦੀ ਬਲੀਵ ਦੀ ਰਾਖੀ ਕਰਨਾ ਹਰ ਗਵਰਨਮੈਂਟ ਦਾ ਫਰਜ਼ ਬਣਦਾ ਹੈ, ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਉਹ ਇਕੱਲਾ ਮੇਰੀ ਗੱਲ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਕਹਿੰਦੇ ਆ, ਚਾਹੇ ਉਹ ਕੋਈ ਕਬਰ ਵੀ ਕਿਉਂ ਨਾ ਹੋਵੇ। ਮੈਂ ਟੇਬਲ ਦੀ ਗੱਲ ਕਰ ਰਿਹਾ ਨਾ ਜੀ, ਚਾਹੇ ਕਬਰ ਵੀ ਕਿਉਂ ਨਾ ਹੋਵੇ, ਇਹ ਹੱਕ ਬਣਦਾ, ਸਾਡਾ ਹੱਕ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਦੇ ਹਾਂ, ਉਹਦੀ ਬੇਅਦਬੀ ਕੋਈ ਨਾ ਕਰੇ।
ਨਹੀਂ, ਜਿਹੜਾ ਮਸਲਾ ਇਹ ਸਿੱਟ ਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀ ਕਾਂਡ ਹੋਇਆ ਉਹਦੇ ਬਾਰੇ ਸੀ। ਹਾਂਜੀ, ਨਹੀਂ ਉਹਨਾਂ ਨੇ ਇਹੀ ਪੁੱਛਿਆ ਸੀ ਵੀ ਤੁਸੀਂ ਇਹ ਮਸਲਾ ਹੀ ਐਡਾ ਵੱਡਾ ਕਿਉਂ ਹੋਇਆ। ਮਸਲੇ ਤਾਂ ਪਹਿਲਾਂ ਵੀ ਸੀ, ਪਰ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਜਦੋਂ ਇਸ਼ਤਿਹਾਰ ਲਾ ਦਿੱਤੇ ਗਏ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆ ਕੇ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਨਹੀਂ ਲਿਆ। ਉਹਨਾਂ ਨੇ ਫਿਰ ਪੱਤਰੇ ਜਿਹੜੇ ਸੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਰ ਦਿੱਤੇ ਤੇ ਉਹਦੇ ਉੱਤੇ ਉਹਦੇ ਰੋਸ ਵਜੋਂ ਸਾਰਾ ਧਰਨਾ ਲੱਗਾ ਸੀ। ਹਾਂਜੀ, ਹਾਂ, ਉਹ ਤਾਂ ਫਿਰ ਉਹ ਤਾਂ ਸਾਹਮਣੇ ਆਊਗਾ ਹੀ ਜੀ। ਉਹ ਤਾਂ ਜਿੱਦਾਂ ਪਹਿਲਾਂ ਅੱਜ ਤੱਕ ਦੱਸਿਆ ਜਾਂਦਾ ਰਿਹਾ ਹੈ ਕਿ ਸਰਸੇ ਵਾਲਿਆਂ ਦੇ ਜਿਹੜੇ ਪ੍ਰੇਮੀ ਸੀ, ਉਹਨਾਂ ਦਾ ਇਹਦੇ ਵਿੱਚ ਰੋਲ ਹੈਗਾ ਆ, ਉਹ ਤਾਂ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਵਿੱਚ। ਕੁਛ ਵੀ ਉਹ ਤਾਂ ਸੋਚਿਆ ਜਾ ਸਕਦਾ ਜੀ। ਉਹ ਤਾਂ ਇੱਕ ਦੂਜੇ ਦੇ ਉੱਤੇ ਰਾਜਨੀਤਿਕ ਪਾਰਟੀਆਂ ਨੂੰ ਕਹਿਣਾ ਹੀ ਹੁੰਦਾ, ਉਹਨਾਂ ਨੇ ਸਾਰੇ ਕਹਿ ਰਹੇ ਆ। ਹਾਂਜੀ, ਨਹੀਂ, ਸਾਰੇ ਏਜੰਡੇ ਇਹਨਾਂ ਨੇ ਵਰਤਨੇ ਹੁੰਦੇ ਆ, ਪਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਏਜੰਡਾ ਆ, ਇਹਨੂੰ ਨਹੀਂ ਵਰਤਣਾ ਚਾਹੀਦਾ। ਜੇ ਇਹਨਾਂ ਨੇ ਕਸਮਾਂ ਖਾਧੀਆਂ ਨੇ ਜਾਂ ਜੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦਾ ਇਨਸਾਫ ਦਿਵਾਵਾਂਗੇ ਤਾਂ ਉਹ ਦੇਣਾ ਚਾਹੀਦਾ ਹੈ। ਮੈਂ ਪਹਿਲਾਂ ਵੀ ਬੋਲ ਚੁੱਕਿਆ ਜੀ ਤੁਹਾਡੇ ਆਉਣ ਤੋਂ ਵੀ ਉਮੀਦ ਤੇ ਦੁਨੀਆ ਕਾਇਮ ਹੈ। ਪਹਿਲਾਂ 3 ਵਾਰ ਅੱਗੇ ਬਿਆਨ ਦੇ ਕੇ ਆਏ ਆ, 3 ਵਾਰ ਸਿੱਟ ਬਣੀ ਹੈ, ਹੁਣ ਚੌਥੀ ਵਾਰ ਬਣੀ ਹੈ, ਤੇ ਇਸ ਕਰਕੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਹੁਣ ਜੇ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਉਮੀਦ ਕੋਈ ਨਹੀਂ, ਅਸੀਂ ਇਹਨਾਂ ਸਾਹਮਣੇ ਜਾਣਾ ਨਹੀਂ, ਜੇ ਅਸੀਂ ਇਹ ਕਵਾਂਗੇ ਤਾਂ ਫਿਰ ਤਾਂ ਉਹਨਾਂ ਕੋਲ ਖੁੱਲ੍ਹਾ ਸੌਖਾ ਹੋ ਗਿਆ ਉਹਨਾਂ ਲਈ ਵੀ ਗਵਾਹ ਹੀ ਨਹੀਂ ਆਏ, ਅਸੀਂ ਕੀ ਕਰੀਏ, ਸਿੱਟ ਅੱਗੇ ਤੋਂ ਬਣੇਗੀ ਹੀ ਨਹੀਂ। ਅਸੀਂ ਆਪਣੀ ਜੋ ਸੱਚ ਉੱਥੇ ਹੋਇਆ, ਜੋ ਵੇਖਿਆ, ਉਹ ਜਾ ਕੇ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਆ। ਸਾਰੀ ਦੁਨੀਆ ਵੀ ਵੇਖ ਰਹੀ ਹੈ ਵੀ ਸਿੱਟ ਵੀ ਬਣੀ ਸੀ, ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਹੁਣ ਫਿਰ ਸਿੱਟ ਬਣੀ ਹੈ, ਹੁਣ ਫਿਰ ਗਵਾਹ ਭੁਗਤ ਰਹੇ ਹੈ। ਉਹ ਸਾਰੇ ਲੋਕ ਵੇਖ ਰਹੇ ਹੈ, ਤੇ ਜੇ ਨਹੀਂ ਕੋਈ ਇਨਸਾਫ ਹੋਏਗਾ ਤਾਂ ਵੀ ਲੋਕ ਵੇਖ ਲੈਣਗੇ। ਫਿਰ ਅਗਲੀ ਕਚਹਿਰੀ ਹੁੰਦੀ ਹੈ ਜਨਤਾ ਦੀ ਕਚਹਿਰੀ। ਡੈਮੋਕ੍ਰੇਸੀ ਵਿੱਚ ਇੱਕ ਜੱਜ ਹੈ, ਇੱਕ ਉਹ ਕਚਹਿਰੀ ਲੱਗਦੀ ਹੈ, ਫਿਰ ਜਨਤਾ ਦੀ ਕਚਹਿਰੀ ਲੱਗਦੀ ਹੈ। ਹਾਂਜੀ, ਹਾਂਜੀ, ਹਾਂ, ਲੋਕਤੰਤਰ ਵਾਸਤੇ ਤਾਂ ਗੱਲ ਕਲੀਅਰ ਹੈ ਜੀ ਕਿ ਅਸੀਂ ਖੁਦ ਸਿਆਣੇ ਹੋਈਏ, ਚਾਹੇ ਉਹ ਕੋਈ ਹੋਵੇ। ਅਸੀਂ ਬੋਤਲਾਂ ਦੇ ਉੱਤੇ ਨਾ ਵਿਕੀਏ, ਆਪਣੇ ਆਪ ਨੂੰ ਨਾ ਵੇਚੀਏ। ਜਦੋਂ ਅਸੀਂ ਆਪਣੀ ਵੋਟ ਵੇਚ ਦਿੰਦੇ ਹਾਂ ਤਾਂ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਸਾਨੂੰ ਸੋਚਣਾ ਚਾਹੀਦਾ, ਸਮਝਦਾਰ, ਇਮਾਨਦਾਰ, ਮਿਹਨਤੀ ਲੀਡਰ ਜਿਹੜੇ ਹੈ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਸਾਡਾ ਲੋਕਾਂ ਦਾ ਭਲਾ ਕਰ ਸਕਣ, ਕੁਝ ਕਰ ਸਕਣ। ਹਾਂਜੀ, ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ, ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਵੇ, ਅਗਲਾ ਇੱਜ਼ਤ ਨਾਲ, ਅਣਖ ਨਾਲ